ਸਤਿ ਸ਼੍ਰੀ ਅਕਾਲ ਦੋਸਤੋ, ਆਪ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਕਲਾਸ ਦੇ ਵਿੱਚ। ਸੋ ਦੋਸਤੋ, ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ, ਵੱਖ-ਵੱਖ ਵਿਭਾਗਾਂ ਦੇ ਲਈ ਵੱਖ-ਵੱਖ ਸਰਕਾਰੀਆਂ ਨੌਕਰੀਆਂ ਜਿਹੜੀਆਂ ਹਨ ਲਗਾਤਾਰ ਕੱਢੀਆਂ ਜਾ ਰਹੀਆਂ ਹਨ। ਸੋ ਦੋਸਤੋ, ਅੱਜ ਦੀ ਅਸੀਂ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਜਿਹੜਾ ਰਿਕਰੂਟਮੈਂਟ 2022 ਦਾ ਪੇਪਰ ਵਿੱਚ 759 ਪੋਸਟਾਂ ਕੱਢੀਆਂ ਗਈਆਂ ਹਨ। ਉਹਨਾਂ ਦੇ ਲਈ ਅਸੀਂ ਲੈ ਕੇ ਆਏ ਹਾਂ ਜਿਹੜਾ 2019 ਇਸ ਤੋਂ ਪਹਿਲਾਂ ਜਿਹੜੀਆਂ ਪੋਸਟਾਂ ਨਿਕਲੀਆਂ ਸਨ ਕਾਂਗਰਸ ਦੀ ਸਰਕਾਰ ਸਮੇਂ 2019 ਦੇ ਵਿੱਚ, ਉਹਦਾ ਅਸੀਂ ਜਿਹੜਾ ਪੇਪਰ ਹੋਇਆ ਸੀ ਉਸ ਸਮੇਂ ਦੇ ਵਿੱਚ ਉਹ ਲੈ ਕੇ ਆਏ ਹਾਂ ਔਰ ਪੂਰੀ ਤਰ੍ਹਾਂ ਸੋਲਵ ਕੀਤਾ ਹੋਇਆ ਹੈ ਤੁਹਾਡੀ ਸਹੂਲਤ ਦੇ ਲਈ, ਤਾਂ ਜੋ ਤੁਹਾਨੂੰ ਪਤਾ ਲੱਗ ਜੇ ਕਿਸ ਤਰ੍ਹਾਂ ਦਾ ਪੇਪਰ ਆਂਦਾ ਹੈ, ਕਿੱਦਾਂ ਦੇ ਤਰ੍ਹਾਂ ਦੇ ਕੁਐਸਚਨ ਆਉਣਗੇ ਇਹਦੇ ਵਿੱਚ। ਠੀਕ ਹੈ ਜੀ। ਸੋ ਦੋਸਤੋ, ਸ਼ੁਰੂ ਕਰਦੇ ਹਾਂ। ਸੋ ਦੋਸਤੋ, ਇਹਦੀ ਥੋੜੀ ਜਾਣਕਾਰੀ ਦੇ ਦਿੰਦੇ ਹਾਂ। ਇਹ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪੋਸਟਾਂ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਦੱਸਾਂ ਕਿੰਨੀਆਂ ਪੋਸਟਾਂ ਹਨ, ਕਦੋਂ ਲਾਸਟ ਡੇਟ ਅਪਲਾਈ ਕਰਨ ਦੀ, ਕੀ ਕੁਆਲੀਫਿਕੇਸ਼ਨ ਹੈ, ਠੀਕ ਹੈ ਜੀ, ਤੇ ਕਿੰਨੀ ਫੀਸ ਹੈ। ਇਹ ਉਹਨਾਂ ਵਿਦਿਆਰਥੀਆਂ ਦੇ ਲਈ ਹੈ ਜਿਹੜੇ ਪਹਿਲੀ ਵਾਰੀ ਇਹ ਵੀਡੀਓ ਨੂੰ ਦੇਖ ਰਹੇ ਹਨ ਜਾਂ ਇਹਨਾਂ ਪੋਸਟਾਂ ਬਾਰੇ ਨਹੀਂ ਪਤਾ ਹੈ, ਤੇ ਜਿਨ੍ਹਾਂ ਨੂੰ ਇਹਨਾਂ ਬਾਰੇ ਆਲਰੇਡੀ ਸਾਰੀ ਡਿਟੇਲ ਪਤਾ ਹੈ ਉਹ ਵੀਡੀਓ ਨੂੰ ਅੱਗੇ ਸਕਿਪ ਕਰਨ ਤੇ ਸਿੱਧਾ ਕੁਐਸਚਨ ਪੇਪਰ ਤੇ ਪਹੁੰਚ ਜਾਣ। ਠੀਕ ਹੈ ਜੀ। ਸੋ ਸ਼ੁਰੂ ਕਰਦੇ ਹਾਂ ਫਟਾਫਟ। ਸੋ ਪੰਜਾਬ ਹਰਿਆਣਾ ਹਾਈ ਕੋਰਟ ਰਿਕਰੂਟਮੈਂਟ 2022 ਅਪਲਾਈ ਆਨਲਾਈਨ ਫॉर 759 ਕਲਰਕ ਪੋਸਟ। ਸੋ 759 ਪੋਸਟਾਂ ਜਿਹੜੀਆਂ ਕੱਢੀਆਂ ਗਈਆਂ ਹਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਗਵਰਨਮੈਂਟ ਵੱਲੋਂ। ਠੀਕ ਹੈ ਜੀ। ਸੋ 27 ਅਗਸਤ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚ ਲਾਸਟ ਤਰੀਕ ਹੈ ਅਪਲਾਈ ਕਰਨ ਦੀ, ਤੇ ਜਿਹੜਾ ਤੁਸੀਂ ਅਪਲਾਈ ਕਰਨਾ ਹੈ ਇਹ ਸਾਰੇ ਦਾ ਸਾਰਾ ਆਨਲਾਈਨ ਕਰਨਾ ਹੈ। ਅਪਲਾਈ ਕਰਨਾ ਹੈ, ਅਫੀਸ਼ੀਅਲ ਵੈਬਸਾਈਟ ਹੈ ssc.gov.in ਤੇ, ਇੱਥੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ। ਠੀਕ ਹੈ ਜੀ। ਸੋ ਕਦੋਂ ਇਹ ਪੋਸਟਾਂ ਕੱਢੀਆਂ ਗਈਆਂ ਸਨ, ਇਹਦੀ ਨੋਟੀਫਿਕੇਸ਼ਨ ਆਈ ਸੀ 6 ਅਗਸਤ ਨੂੰ, ਆਨਲਾਈਨ ਐਪਲੀਕੇਸ਼ਨ ਵੀ 6 ਅਗਸਤ ਨੂੰ ਸਟਾਰਟ ਹੋ ਗਈ ਸੀ। ਲਾਸਟ ਡੇਟ ਹੈ 27 ਅਗਸਤ ਦੀ। ਜਿਹੜੇ ਪੇਪਰ ਹੋਣਗੇ ਅਕਤੂਬਰ ਜਾਂ ਨਵੰਬਰ ਦੇ ਵਿੱਚ ਹੋਣਗੇ, ਉਹ ਤੁਹਾਨੂੰ ਤਰੀਕ ਜਿਹੜੀ ਹੈ ਤੁਹਾਨੂੰ ਈਮੇਲ ਜਾਂ ਮੋਬਾਈਲ ਤੇ SMS ਵੀ ਆ ਜਾਏਗਾ। ਹੁਣ ਗੱਲ ਕਰਦੇ ਹਾਂ ਐਪਲੀਕੇਸ਼ਨ ਫੀਸ ਦੀ। ਜਨਰਲ ਕੈਟਾਗਰੀ ਦੀ 825 ਰੁਪਏ, SC BC OBC ਤੇ E ਅਸੈਂਬਲੀ 525, PSCO ਪੰਜਾਬ 625। ਇਹ ਸਾਰੀ ਦੀ ਸਾਰੀ ਜਿਹੜੀ ਪੇਮੈਂਟ ਹੈ ਆਨਲਾਈਨ ਹੀ ਹੋਏਗੀ। ਠੀਕ ਹੈ ਜੀ। ਸੋ ਹੁਣ ਗੱਲ ਕਰਦੇ ਹਾਂ ਵੈਕੈਂਸੀਆਂ ਦੀ। ਸੋ ਕਿਹੜੀ ਕਿਹੜੀ ਕੈਟਾਗਰੀ ਲਈ ਕਿੰਨੀਆਂ ਕਿੰਨੀਆਂ ਵੈਕੈਂਸੀਆਂ ਹਨ। ਸੋ ਜਨਰਲ ਕੈਟਾਗਰੀ ਲਈ 355 ਹਨ, SC ਲਈ 165, OBC ਲਈ 78, PHC ਲਈ 35, ESM ਲਈ 126। ਟੋਟਲ ਜਿਹੜੀਆਂ ਪੋਸਟਾਂ ਬਣਦੀਆਂ ਹਨ 759। ਸੋ ਹੁਣ ਗੱਲ ਕਰਦੇ ਹਾਂ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਕਿਹੜੀ ਕਿਹੜੀ ਚਾਹੀਦੀ ਹੈ। ਸੋ BA ਦੀ ਡਿਗਰੀ ਹੋਣੀ ਚਾਹੀਦੀ ਹੈ ਜਾਂ BA ਦੀ ਡਿਗਰੀ ਦੇ ਇਕੁਇਵਲੈਂਟ ਕੋਈ ਵੀ ਇਹ ਡਿਗਰੀ ਹੈ ਉਹ ਚੱਲੇਗੀ। ਠੀਕ ਹੈ ਜੀ। ਸੋ ਇੱਥੇ ਹੁਣ ਜਿਹੜੀ ਇੰਪੋਰਟੈਂਟ ਜਿਹੜੀ ਖਬਰ ਹੈ, ਜਿਹੜੀ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ, ਬਹੁਤ ਸਾਰੇ ਵਿਦਿਆਰਥੀਆਂ ਦੇ ਕੋਲ ਬੈਚਲਰ ਦੀ ਡਿਗਰੀ ਤਾਂ ਹੈ, ਪਰ ਕਈਆਂ ਵਿਦਿਆਰਥੀਆਂ ਨੇ ਜਿਹੜੀ ਆਪਣੀ 10ਵੀਂ ਹੈ ਉਹ ਪੰਜਾਬੀ ਦੇ ਵਿੱਚ ਪਾਸ ਨਹੀਂ ਕੀਤੀ ਹੈ। ਉਹਨਾਂ ਦਾ ਘੱਟੋ ਘੱਟ ਇੱਕ ਸਬਜੈਕਟ ਜਿਹੜਾ ਹੈ 10ਵੀਂ ਤੱਕ ਜਿਹੜਾ ਹੈ ਉਹ ਪੰਜਾਬੀ ਦੇ ਵਿੱਚ ਹੋਣਾ ਚਾਹੀਦਾ ਹੈ। ਤੇ ਜਿਹੜੇ ਪੰਜਾਬ 'ਚ ਪੜ੍ਹਦੇ ਹਨ ਉਹਨਾਂ ਨੂੰ ਪੰਜਾਬੀ ਤਾਂ ਹੁੰਦੀ ਹੈ, ਪਰ ਕਈ ਵਾਰੀ ICSE ਜਾਂ CBSE ਦੀਆਂ ਫਿਰ ਬਾਕੀ ਸਟੇਟਾਂ ਦੇ ਜਿਹੜੇ ਮਾਈਗ੍ਰੇਟ ਹੋ ਕੇ ਆਏ ਹੁੰਦੇ ਉਹਨਾਂ ਨੇ ਪੰਜਾਬੀ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਨਹੀਂ ਕੀਤੀ ਹੁੰਦੀ, ਸੋ ਉਹ ਇਸ ਪੋਸਟ ਲਈ ਅਪਲਾਈ ਨਹੀਂ ਕਰ ਸਕਦੇ। ਸੋ ਨਾਲ ਹੀ ਕੰਪਿਊਟਰ ਐਫੀਸ਼ੀਐਂਸੀ ਹੋਣੀ ਚਾਹੀਦੀ ਹੈ, ਕੰਪਿਊਟਰ ਚਲਾਉਣਾ ਆਉਣਾ ਚਾਹੀਦਾ ਹੈ, ਸਰਟੀਫਿਕੇਟ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਸੋ ਇਹ ਜਿਹੜੀਆਂ ਵੀ ਕੁਆਲੀਫਿਕੇਸ਼ਨਾਂ ਦੱਸੀਆਂ ਗਈਆਂ ਹਨ ਇਹ 27 ਅਗਸਤ ਤੋਂ ਪਹਿਲਾਂ ਪਹਿਲਾਂ ਹੀ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਠੀਕ ਹੈ ਜੀ। ਸੋ ਹੁਣ ਅੱਗੇ ਕਰਦੇ ਹਾਂ ਏਜ ਲਿਮਿਟ ਦੀ, ਉਮਰ ਹੱਦ ਕਿੰਨੀ ਕਿੰਨੀ ਹੈ। ਸੋ ਜਨਰਲ ਕੈਟਾਗਰੀ ਵਾਲੇ 18 ਤੋਂ 37 ਤੱਕ ਅਪਲਾਈ ਕਰ ਸਕਦੇ ਹਨ। SC ਜਿਹੜੇ ਹਨ ਆਫ ਪੰਜਾਬ ਦੇ ਜਿਹੜੇ ਨੇ ਉਹ 18 ਤੋਂ 42 ਤੱਕ, BC OBC ਪੰਜਾਬ ਦੇ ਨੇ 1842, ਐਕਸ ਸਰਵਿਸਮੈਨ 18 ਤੋਂ ਉਹਨਾਂ ਦੀ ਕੋਈ ਲਿਮਿਟ ਨਹੀਂ ਹੈ, PSCO ਪੰਜਾਬ 18 ਤੋਂ 47 ਤੇ ਇਨ ਸਰਵਿਸ EMPLOYE ਜਿਹੜੇ ਹਨ 18 ਤੋਂ 45 ਤੱਕ ਇਹ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ। ਸੋ ਹੁਣ ਗੱਲ ਕਰਦੇ ਹਾਂ ਐਗਜ਼ਾਮ ਪੈਟਰਨ ਦੀ। ਸੋ ਜਿਹੜਾ ਪੇਪਰ ਹੈ ਉਹ ਕਿਸ ਤਰ੍ਹਾਂ ਆਏਗਾ। ਸੋ ਜਨਰਲ ਨੌਲੇਜ ਦਾ ਹੈ, ਇਹ ਵੀ ਆਬਜੈਕਟਿਵ ਹੋਏਗਾ, 50 ਨੰਬਰ ਦੇ ਇਹਦੇ ਵਿੱਚੋਂ ਆਉਣਗੇ। ਠੀਕ ਹੈ ਜੀ। ਸੋ ਇੰਗਲਿਸ਼ ਕੰਪੋਜੀਸ਼ਨ ਦੇ ਵਿੱਚੋਂ ਆਬਜੈਕਟਿਵ ਹੋਏਗਾ 20 ਨੰਬਰਾਂ ਦਾ, ਤੇ 30 ਨੰਬਰਾਂ ਦੇ ਵਿੱਚ ਜਿਹੜਾ ਹੋਏਗਾ ਐਸੇ, ਲੈਟਰ, ਪ੍ਰੀਸਾਈਜ਼ ਤੇ ਟ੍ਰਾਂਸਲੇਸ਼ਨ ਹੋਏਗਾ। ਕੁੱਲ 100 ਨੰਬਰਾਂ ਦਾ ਹੋਏਗਾ, ਕੁੱਲ ਸਮਾਂ 2 ਘੰਟੇ ਦਾ ਹੋਏਗਾ। ਸੋ ਕੁਆਲੀਫਾਈਂਗ ਮਾਰਕ ਕੀ ਨੇ। 33% in each subject, but no candidate shall be considered to have qualified for the test unless she obtain 40% mark in the progression of both subject। ਸੋ ਜਨਰਲ ਨੌਲੇਜ ਤੇ ਕੰਪੋਜੀਸ਼ਨ ਦੋਨਾਂ ਦੇ ਵਿੱਚੋਂ ਘੱਟੋ ਘੱਟ ਉਹਨਾਂ ਨੂੰ 40% ਮਾਰਕਸ ਲੈਣੇ ਪੈਣਗੇ, ਤੇ 33 ਜਿਹੜੇ ਓਵਰਆਲ ਉਹਨਾਂ ਦੇ ਬਣਨੇ ਚਾਹੀਦੇ ਹਨ ਤਾਂ ਉਹ ਟੈਸਟ ਨੂੰ ਕਲੀਅਰ ਕਰਦੇ ਹਨ। ਠੀਕ ਹੈ ਜੀ। ਸੋ 50 ਦਾ 40 ਕੱਢ ਲਓ, ਇਹ ਦੋਨਾਂ ਦੇ ਵਿੱਚੋਂ 40% ਦੇ ਹੋਣੇ ਚਾਹੀਦੇ ਹਨ। ਸੋ ਹੁਣ ਸ਼ੁਰੂ ਕਰਦੇ ਹਾਂ ਜਿਹੜਾ 2019 ਦੇ ਵਿੱਚ ਪੇਪਰ ਆਇਆ ਸੀਗਾ ਉਹ। ਠੀਕ ਹੈ ਜੀ। ਸੋ ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਪਾਰਟ ਹੈ ਆਬਜੈਕਟਿਵ ਟਾਈਪ ਆਇਆ ਸੀਗਾ ਜਨਰਲ ਨੌਲੇਜ ਦੇ। ਸ਼ੁਰੂ ਕਰਦੇ ਹਾਂ। ਨੰਬਰ 1, ਕੁਐਸਚਨ ਨੰਬਰ 1, ਹਾਊ ਮੈਨੀ ਪਲੇਅਰਸ ਆਰ देयर ਇਨ ਈਚ ਸਾਈਡ ਇਨ ਦਾ ਗੇਮ ਆਫ ਬਾਸਕਟਬਾਲ। ਬਾਸਕਟਬਾਲ ਦੇ ਵਿੱਚ ਦੋਨੇ ਪਾਸੇ ਕਿੰਨੇ ਪਲੇਅਰ ਹੁੰਦੇ ਹਨ। ਸੋ ਇਹਦਾ ਆਨਸਰ ਹੈ B, 5 ਹੁੰਦੇ ਹਨ। ਨੰਬਰ 2, ਟੂ ਆਫ ਦਾ ਗ੍ਰੇਟ ਮੁਗਲਸ wrote their own memories, they are। ਜਿਹੜੇ ਦੋ ਮਹਾਨ ਮੁਗਲ ਸ਼ਾਸਕ ਹੋਏ ਹਨ
ਉਹਨਾਂ ਨੇ ਜਿਹੜੀ ਆਪਣੀਆਂ ਯਾਦਗਾਰਾਂ ਲਿਖੀਆਂ ਹਨ ਉਹ ਕਿਹੜੇ-ਕਿਹੜੇ ਹਨ? ਉਹ ਹਨ ਬਾਬਰ ਤੇ ਜਹਾਂਗੀਰ। ਅੱਗੇ ਨੰਬਰ 3, ਦ ਮੈਂਬਰ ਆਫ ਰਾਜ ਸਭਾ ਆਰ ਇਲੈਕਟਿਡ ਬਾਏ। ਸੋ ਰਾਜ ਸਭਾ ਦੇ ਮੈਂਬਰ ਨੂੰ ਕੌਣ ਚੁਣਦਾ ਹੈ? ਇਹਦਾ ਆਨਸਰ ਹੈ ਸੀ, ਇਲੈਕਟਿਡ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀਜ਼। ਸੋ ਜਿਹੜੇ ਮੈਂਬਰ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਚੁਣੇ ਜਾਂਦੇ ਹਨ ਉਹ ਚੁਣਦੇ ਹਨ ਉਹਨਾਂ ਨੂੰ ਲੋਕ ਸਭਾ ਦੇ। ਠੀਕ ਹੈ ਜੀ। ਸੋ ਅੱਗੇ ਨੰਬਰ 4, ਦਾ ਪ੍ਰੈਜ਼ੈਂਟ ਲੋਕ ਸਭਾ ਇਜ਼ ਦਾ। ਸੋ ਇਹ 2019 ਚ ਆਈ ਸੀ, ਸੋ 17 ਆ, ਇੱਥੇ ਹੁਣ ਆਪਸ਼ਨ ਬਦਲ ਕੇ 18। ਠੀਕ ਹੈ ਜੀ। ਸੋ ਨੰਬਰ 5, ਇੰਡੀਆ ਰੈਂਕਸ ਡੈਸ਼ ਇਨ ਦਾ ਇੰਡੈਕਸ ਆਫ ਕੈਂਸਰ ਪ੍ਰੀਪੇਅਰਡਨੈਸ। ਸੋ ਕੈਂਸਰ ਨੂੰ ਲੈ ਕੇ ਇੰਡੀਆ ਦਾ ਇੰਡੈਕਸ ਪ੍ਰੀਪੇਅਰ ਦੇ ਵਿੱਚ ਕਿੰਨਵਾਂ ਸਥਾਨ ਹੈ ਵਰਲਡ ਦੇ ਵਿੱਚ? ਉਹ ਹੈ 19ਵਾਂ, ਯਾਨੀ ਕਿ ਆਪਸ਼ਨ ਏ। ਨੰਬਰ 6, galvanized iron sheet having a coating of। ਸੋ ਜਿਹੜੀ ਇਹ ਸ਼ੀਟ ਹੁੰਦੀ ਹੈ galvanized, ਇਹਦੇ ਉੱਤੇ ਕਿਹੜੀ ਪਰਤ ਚੜੀ ਹੁੰਦੀ ਹੈ? ਇਹਦਾ ਆਨਸਰ ਹੈ ਸੀ, ਜ਼ਿੰਕ। ਨੰਬਰ 7, the Asian game were first held in Delhi। ਦਿੱਲੀ ਦੇ ਵਿੱਚ ਕਦੋਂ ਹੋਈਆਂ ਸੀ ਏਸ਼ੀਅਨ ਗੇਮਾਂ? ਹੋਈਆਂ ਸੀ, ਇਹਦਾ ਆਨਸਰ ਹੈ ਬੀ, 1951, 1951। ਅੱਗੇ ਨੰਬਰ 8, ਇੰਡੀਆ ਸਾਈਨਡ an MOU on strengthening cooperation in the health sector with। ਸੋ ਇੰਡੀਆ ਨੇ MOU ਸਾਈਨ ਕੀਤਾ ਸੀ ਕਿਹੜੀ ਕਾਰਪੋਰੇਸ਼ਨ ਦੇ ਨਾਲ? ਹੈਲਥ ਸੈਕਟਰ ਦੇ ਵਿੱਚ, ਯਾਨੀ ਕਿ ਸਿਹਤ ਵਿਭਾਗ ਦੇ ਵਿੱਚ ਵਰਲਡ ਦੀ ਕਿਹੜੀ ਸੰਸਥਾ ਦੇ ਨਾਲ ਇਹਨਾਂ ਨੇ MOU ਸਾਈਨ ਕੀਤਾ ਸੀ? ਆਨਸਰ ਹੈ ਸੀ, ਅਫਰੀਕਨ ਯੂਨੀਅਨ। ਅੱਗੇ ਨੰਬਰ 9, ਅੰਡਰ PM STIAC ਡੈਸ਼ ਨੰਬਰ ਆਫ ਸਾਇੰਸ ਐਂਡ ਟੈਕਨੋਲੋਜੀ ਮਿਸ਼ਨ ਹੈਵ ਬੀਨ ਆਇਡੈਂਟੀਫਾਈਡ। ਸੋ ਕਿੰਨੇ ਮਿਸ਼ਨ ਹੋਏ ਸੀਗੇ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ PAM STIC ਨੂੰ ਲੈ ਕੇ? ਇਹਦਾ ਆਨਸਰ ਹੈ ਡੀ, 9। ਅੱਗੇ ਨੰਬਰ 10, ਅਭਿਸ਼ੇਕ ਵਰਮਾ ਰੀਸੈਂਟਲੀ ਵਨ ਦਾ 골ਡ ਮੈਡਲ ਇਨ ਡੈਸ਼ ਏਅਰ ਪਿਸਟਲ ਇਵੈਂਟ ਐਟ ਦਾ ISSF ਵਰਲਡ ਕੱਪ। ਸੋ ਜਿਹੜੇ ਅਭਿਸ਼ੇਕ ਵਰਮਾ ਨੇ ਉਹਨਾਂ ਨੇ 골ਡ ਮੈਡਲ ਕਿੰਨੇ ਜਿਹੜੀ ਹੈ ਮੀਟਰ ਦੀ ਏਅਰ ਪਿਸਟਲ ਦੇ ਵਿੱਚ ਜਿੱਤਿਆ ਸੀਗਾ? ਉਹ ਹੈ ਆਨਸਰ ਹੈ ਏ, 10। ਅੱਗੇ ਨੰਬਰ 11, ਸਾਨੀਆ ਨੇਹਵਾਲ ਵਨ ਡੈਸ਼ ਐਟ ਦਾ ਸੈਯਦ ਮੋਦੀ ਇੰਟਰਨੈਸ਼ਨਲ 2018। ਕਿਹੜਾ ਮੈਡਲ ਜਿੱਤਿਆ ਸੀ ਸਾਨੀਆ ਨੇਹਵਾਲ ਨੇ ਸੈਯਦ ਮੋਦੀ ਇੰਟਰਨੈਸ਼ਨਲ 2018 ਦੇ ਵਿੱਚ ਟੂਰਨਾਮੈਂਟ ਦੇ ਵਿੱਚ? ਉਹ ਸੀ ਬ੍ਰੌਂਜ਼। ਅੱਗੇ ਨੰਬਰ 12, who presented the prize of the winner of South Asia Regional Wash Innovation। ਸੋ ਵਿਨਰ ਨੂੰ ਜਿਹੜਾ ਪ੍ਰਾਈਜ਼ ਦਿੱਤਾ ਸੀਗਾ ਸਾਊਥ ਏਸ਼ੀਆ ਰੀਜਨਲ ਵਾਸ਼ ਇਨੋਵੇਸ਼ਨ ਕਿਹਨੇ ਦਿੱਤਾ ਸੀ? ਉਹ ਸੀ ਸਚਿਨ ਤੇਂਦੁਲਕਰ। ਆਨਸਰ ਹੈ ਸੀ। ਅੱਗੇ ਹੈ ਨੰਬਰ 13, ਗਲੂਕੋਜਨ ਸਟਾਰਚ ਐਂਡ ਸੈਲੂਲੋਜ਼ ਆਰ ਪੋਲੀਮਰਸ ਆਫ। ਕਿਸ ਚੀਜ਼ ਦੇ ਪੋਲੀਮਰਸ ਨੇ? ਇਹਨੇ ਬੀ, ਗਲੂਕੋਜ਼। ਨੰਬਰ 14, ਐਕਸਚੇਂਜ ਆਫ ਗੈਸਿਸ ਇਜ਼ ਨੋਨ ਐਜ਼। ਗੈਸਾਂ ਦੀ ਅਦਲੀ ਬਦਲੀ ਨੂੰ ਕੀ ਕਿਹਾ ਜਾਂਦਾ ਹੈ? ਇਹਦਾ ਆਨਸਰ ਹੈ ਏ, ਡਿਫਿਊਜ਼ਨ। ਅੱਗੇ ਨੰਬਰ 15, ਹੂ ਵਾਜ਼ ਦਾ ਲੀਡਰ ਆਫ ਜਿੰਦ ਰਿਵੋਲਟ ਇਨ 1840। ਸੋ ਜਿੰਦ ਜਿਹੜਾ ਰਿਵੋਲਟ ਹੋਇਆ ਸੀ 1814, ਦਾ ਲੀਡਰ ਕੌਣ ਸੀ? ਆਨਸਰ ਹੈ ਬੀ, ਪ੍ਰਤਾਪ ਸਿੰਘ। ਨੰਬਰ 16, ਵਿਚ ਅਮੰਗ ਦਾ ਫੋਲੋਇੰਗ ਬੁੱਕ ਵਾਜ਼ ਰਿਟਨ ਬਾਈ ਮਹਾਤਮਾ ਗਾਂਧੀ। ਕਿਹੜੀਆਂ ਕਿਤਾਬ ਜਿਹੜੀ ਹੈ ਮਹਾਤਮਾ ਗਾਂਧੀ ਵੱਲੋਂ ਲਿਖੀ ਗਈ ਸੀ? ਇਹਨਾਂ ਚਾਰਾਂ ਦੇ ਵਿੱਚੋਂ? ਆਨਸਰ ਹੈ ਡੀ, ਹਿੰਦ ਸਵਰਾਜ। ਨੰਬਰ 17, ਵਿਚ ਪਾਰਟ ਆਫ ਦਾ ਬ੍ਰੇਨ ਇਜ਼ ਨੋਨ ਐਜ਼ ਦਾ ਥਿੰਕਿੰਗ ਪਾਰਟ ਆਫ ਦਾ ਬ੍ਰੇਨ। ਸੋ ਦਿਮਾਗ ਦੇ ਕਿਹੜੇ ਹਿੱਸੇ ਨੂੰ ਸੋਚਣ ਵਾਲਾ ਹਿੱਸਾ ਕਿਹਾ ਜਾਂਦਾ ਹੈ? ਇਹਦਾ ਆਨਸਰ ਹੈ ਏ, ਫੋਰ ਬ੍ਰੇਨ। ਅੱਗੇ ਨੰਬਰ 18, a saving bank account in the sole name of the minor can be opened if he and she is। ਸੋ ਬੈਂਕ ਦੇ ਵਿੱਚ ਜਿਹੜਾ ਬਚਤ ਖਾਤਾ ਹੈ ਮਾਈਨਰ ਯਾਨੀ ਕਿ ਜਿਹੜੇ 18 ਸਾਲ ਤੋਂ ਘੱਟ ਹਨ, ਉਹਨਾਂ ਦੀ ਕਿੰਨੀ ਉਮਰ ਤੱਕ ਖੋਲਿਆ ਜਾ ਸਕਦਾ ਹੈ? ਉਹ ਹੈ ਡੀ, 10 ਸਾਲ। ਅੱਗੇ ਹੈ ਨੰਬਰ 19, in the industrial product of vegetable ghee the process involved is। ਸੋ ਇੰਡਸਟਰੀਅਲ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਵੈਜੀਟੇਬਲ ਘੀ ਹੈ, ਸਬਜ਼ੀਆਂ ਦਾ ਘੀ ਜਿਹੜਾ ਬਣਾਇਆ ਜਾਂਦਾ ਹੈ, ਉਹ ਪ੍ਰੋਸੈਸ ਕਿਸ ਚੀਜ਼ ਨਾਲ ਇਨਵੋਲਵਡ ਹੈ? ਉਹ ਹੈ ਬੀ, ਹੈ ਰਿਡਕਸ਼ਨ ਦੇ ਨਾਲ। ਅੱਗੇ ਹੈ ਨੰਬਰ 20, HTTPS ਸਟੈਂਡ ਫॉर। ਸੋ ਕਿਸ ਦੇ ਲਈ ਹੈ? ਇਹਦਾ ਆਨਸਰ ਹੈ ਬੀ, ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ। ਸੋ ਦੋਸਤੋ ਜਦੋਂ ਵੀ ਤੁਸੀਂ ਵੈਬਸਾਈਟ ਦੇ ਉੱਤੇ ਟਾਈਪ ਕਰਦੇ ਹੋ ਅਕਸਰ ਉੱਪਰ ਲਿਖਿਆ ਹੁੰਦਾ ਹੈ ਵੈਬਸਾਈਟ ਦਾ ਜਿਹੜਾ ਐਡਰੈਸ ਹੁੰਦਾ ਉਹਦੇ ਉੱਪਰ ਖੱਬੇ ਹੱਥ ਸਾਹ ਨੂੰ ਪਹਿਲਾਂ ਲਿਖਿਆ ਹੁੰਦਾ ਜ਼ਿਆਦਾਤਰ H। ਠੀਕ ਹੈ ਜੀ, ਯਾਦ ਰੱਖੋ। ਅੱਗੇ ਹੈ ਨੰਬਰ 21, ਇਫ ਦਾ ਪੇਰੈਂਟਸ ਬਲੱਡ ਗਰੁੱਪ ਇਜ਼ A ਐਂਡ A what can be the possible blood group of their child। ਸੋ ਜੋ ਇਹ ਮਾਤਾ ਪਿਤਾ ਦਾ ਜਿਹੜਾ ਬਲੱਡ ਗਰੁੱਪ ਹੈ A ਹੈ ਦੋਨਾਂ ਦਾ, तो ਬੱਚੇ ਦਾ ਬਲੱਡ ਗਰੁੱਪ ਜਿਹੜਾ ਹੈ ਉਹ ਕਿਹੜਾ ਹੋ ਸਕਦਾ ਹੈ? ਥੱਲੇ ਆਪਸ਼ਨ ਇਹਦਾ ਆਨਸਰ ਹੈ A ਔਰ B। A ਔਰ B ਇਹਨਾਂ ਦੋਨਾਂ ਦੇ ਵਿੱਚੋਂ ਕੋਈ ਹੋ। ਹੈ ਨੰਬਰ 22, ਵੇਅਰ ਵਾਜ਼ ਦਾ ਫਸਟ ਨੈਵਲ ਕਮਾਂਡਰਸ ਕਾਨਫਰੰਸ ਹੈਲਡ। ਸੋ ਪਹਿਲੀ ਜਿਹੜੀ ਨੈਵਲ ਕਮਾਂਡਰ ਕਾਨਫਰੰਸ ਕਿੱਥੇ ਹੋਈ ਸੀ? ਇਹਦਾ ਆਨਸਰ ਹੈ ਨਵੀਂ ਦਿੱਲੀ ਦੇ ਵਿੱਚ ਹੋਈ ਸੀ। ਨੰਬਰ 23, ਵਿਚ ਆਫ ਦਾ ਫੋਲੋਇੰਗ ਟਰੋਫੀ ਇਜ਼ ਐਸੋਸੀਏਟਡ ਵਿਦ ਗੋਲਫ। ਸੋ ਗੋਲਫ ਦੇ ਨਾਲ ਇਹ ਕਿਹੜੀ ਟਰੋਫੀ ਜੁੜੀ ਹੋਈ ਹੈ? ਠੀਕ ਹੈ ਜੀ, ਆਨਸਰ ਹੈ ਸੀ, ਪ੍ਰਿੰਸ ਆਫ ਵੇਲਸ ਕੱਪ। ਵੇਲਸ ਕੱਪ ਇਹ ਹੈ ਜਿਹੜਾ ਗੋਲਫ ਦੇ ਨਾਲ ਜੁੜਿਆ ਹੋਇਆ ਹੈ ਟੂਰਨਾਮੈਂਟ ਜਿਹੜਾ ਹੈ। ਅੱਗੇ ਨੰਬਰ 24, ਇੰਟਰਨੈਸ਼ਨਲ ਡਾਂਸ ਡੇ ਇਜ਼ ਆਬਜ਼ਰਵਡ ਔਨ। ਸੋ ਕਦੋਂ ਮਨਾਇਆ ਜਾਂਦਾ ਇੰਟਰਨੈਸ਼ਨਲ ਡਾਂਸ ਡੇ? ਇਹ ਹੈ 30 ਅਪ੍ਰੈਲ। ਸੀ ਆਪਸ਼ਨ। ਅੱਗੇ ਹੈ ਨੰਬਰ 25, ਵਿਚ ਆਫ ਦਾ ਫੋਲੋਇੰਗ ਇਜ਼ ਅ ਕਰੈਕਟ ਸਟੇਟਮੈਂਟ ਅਬਾਊਟ ਦਾ ਇੰਡਸ ਵੈਲੀ ਸਿਵਲਾਈਜੇਸ਼ਨ। ਸੋ ਨੀਚੇ ਜਿਹੜੀਆਂ ਸਟੇਟਮੈਂਟ ਦਿੱਤੀਆਂ ਹੋਈਆਂ ਇਹਨਾਂ ਦੇ ਵਿੱਚੋਂ ਦੱਸਣੀ ਹੈ ਵੀ ਕਿਹੜੀ ਜਿਹੜੀ ਸਟੇਟਮੈਂਟ ਆ ਬਿਲਕੁਲ ਸਹੀ ਹੈ ਇੰਡਸ ਵੈਲੀ ਦੇ ਨਾਲ ਜਿਹੜੀ ਜੁੜੀ ਹੋਈ ਹੈ। ਸੋ ਆਨਸਰ ਹੈ ਸੀ, ਬੋਥ ਸੁਰਕੋਟਾ ਐਂਡ
ਡੋਲਾਵਰੀਆ ਆਰ ਲੋਕੇਟਡ ਇਨ ਦਾ ਰਨ ਆਫ ਕਸ਼। ਤੋ ਇਹ ਯਾਦ ਰੱਖਣਾ। ਅੱਗੇ ਹੈ ਨੰਬਰ 26, ਮੇਰੀ ਕਿਊਰੀ ਵਨ ਹਰ 2 ਨੋਬਲ ਪ੍ਰਾਈਜ਼। ਜਿਹੜੀ ਮੇਰੀ ਕਿਊਰੀ ਨੂੰ 2 ਨੋਬਲ ਪ੍ਰਾਈਜ਼ ਜਿਹੜੇ ਮਿਲੇ ਸਨ, ਉਹ ਕਿਉਂ ਮਿਲੇ ਸਨ? ਫਿਜ਼ਿਕਸ ਤੇ ਕੈਮਿਸਟਰੀ ਦੇ ਲਈ। ਅੱਗੇ ਹੈ ਨੰਬਰ 27, ਵਿਚ ਇਜ਼ ਦਾ ਸਮਾਲੈਸਟ ਬੋਨ ਇਨ ਦਾ ਹਿਊਮਨ ਬੋਡੀ। ਸੋ ਹਿਊਮਨ ਬੋਡੀ ਦੇ ਵਿੱਚ ਸਾਰਿਆਂ ਨਾਲੋਂ ਜਿਹੜੀ ਛੋਟੀ ਹੱਡੀ ਹੈ ਉਹ ਕਿਹੜੇ ਹਿੱਸੇ ਦੀ ਹੈ? ਉਹਦਾ ਆਨਸਰ ਹੈ ਏ, ਈਅਰ ਬੋਨ, ਕੰਨ ਦੀ। ਅੱਗੇ ਨੰਬਰ 28, ਐਂਟੀਮੋਲੋਜੀ ਇਜ਼ ਦਾ ਸਾਇੰਸ ਦੈਟ ਸਟੱਡੀਜ਼। ਸੋ ਜਿਹੜੀ ਐਂਟੀਮੋਲੋਜੀ ਹੈ ਇਹ ਵਿਗਿਆਨ ਕਿਸ ਚੀਜ਼ ਦੀ ਸਟੱਡੀ ਕਰਦਾ ਹੈ? ਇਹਦਾ ਆਨਸਰ ਹੈ ਬੀ। ਸੋ ਅੱਗੇ ਹੈ ਨੰਬਰ 29, FFC ਸਟੈਂਡਸ ਫॉर। ਦੱਸਣਾ ਹੈ FFC ਦਾ ਕੀ ਬਣਦਾ ਹੈ? ਇਹਦਾ ਆਨਸਰ ਹੈ ਬੀ, ਫਿਲਮ ਫਾਈਨਾਂਸ ਕਾਰਪੋਰੇਸ਼ਨ। ਅੱਗੇ ਵਧਦੇ ਹਾਂ ਨੰਬਰ 30, The first human heart transplant operation was conducted in। ਸੋ ਪਹਿਲਾ ਜਿਹੜਾ ਹਿਊਮਨ ਹਾਰਟ ਟ੍ਰਾਂਸਪਲਾਂਟ ਹੋਇਆ ਸੀ ਉਹਦਾ ਆਪਰੇਸ਼ਨ ਕਿਹੜੇ ਸਾਲ ਚ ਹੋਇਆ ਸੀ? ਉਹ ਹੋਇਆ ਸੀ A 1967, 1967 ਦੇ ਵਿੱਚ। ਅੱਗੇ ਹੈ ਨੰਬਰ 31, The Habeas Corpus Act 1679। ਸੋ ਇਹ ਪਹਿਲੇ ਦੱਸਣਾ ਹੈ ਵੀ ਇਹ ਜਿਹੜਾ ਕਿਸ ਇਹਨਾਂ ਚਾਰਾਂ ਦੇ ਵਿੱਚੋਂ ਕਿਹਨਾਂ ਨਾਲ ਜੁੜਿਆ ਹੋਇਆ ਹੈ। ਸੋ ਇਹਦਾ ਆਨਸਰ ਹੈ ਡੀ, ਆਲ ਆਫ ਅਬਵ। ਸੋ ਪੜ੍ਹ ਲੈਂਦੇ ਹਾਂ ਉੱਪਰ ਵਾਲੀ ਵੀ ਕੀ ਹੈ। A states that no one was to be imprisoned without a right or warrant stating the charge against him. B provided right to a prisoner to obtain either speedy trials or release on bail. C safeguarded the personal liberty of the people against arbitrary imprisonment. So the answer है all of above. ਅੱਗੇ ਨੰਬਰ 32, ਫਸਟ ਅਫਗਾਨ ਵਾਰ ਵਾਸ ਟੁਕ ਪਲੇਸ ਇਨ। ਸੋ ਕਦੋਂ ਹੋਈ ਸੀ? 1839, ਯਾਨੀ ਕਿ A 1839। ਅੱਗੇ ਨੰਬਰ 33, ਈਚ ਈਅਰ ਵਰਲਡ ਰੈੱਡ ਕਰਾਸ ਐਂਡ ਰੈੱਡ ਕ੍ਰੀਸੈਂਟ ਡੇ ਇਜ਼ ਸੈਲੀਬ੍ਰੇਟਡ ਔਨ। ਸੋ ਕਦੋਂ ਮਨਾਇਆ ਜਾਂਦਾ ਹੈ ਰੈੱਡ ਕਰਾਸ ਦਿਵਸ? ਆਨਸਰ ਹੈ A, May 8, 8 ਮਈ ਨੂੰ। ਨੰਬਰ 34, ਫ੍ਰਿਕਸ਼ਨ ਕੈਨ ਬੀ ਰਿਡਿਊਸ ਬਾਏ ਚੇਂਜਿੰਗ ਫਰੋਮ। ਫ੍ਰਿਕਸ਼ਨ ਯਾਨੀ ਘਰਸ਼ਣ ਕਿਵੇਂ ਘਟਾਇਆ ਜਾ ਸਕਦਾ ਹੈ? ਬਦਲ ਕੇ। ਕੀ ਬਦਲ ਕੇ? ਆਨਸਰ ਹੈ A, ਸਲਾਈਡਿੰਗ ਟੂ ਰੋਲਿੰਗ। ਸਲਾਈਡਿੰਗ ਤੋਂ ਰੋਲਿੰਗ ਕਰਕੇ ਨਾ ਫ੍ਰਿਕਸ਼ਨ ਦਾ ਘਰਸ਼ਣ ਘਟਾਇਆ ਜਾ ਸਕਦਾ। ਨੰਬਰ 35, ਆਫਟਰ ਵਰਲਡ ਵਾਰ 1 ਜਰਮਨੀ ਸਾਈਨਸ ਦਾ ਆਰਮੀ ਸਟ੍ਰੈਸ ਟ੍ਰੀਟੀ ਔਨ। ਇਹਦਾ ਆਨਸਰ ਹੈ C, 1/11/1918, ਯਾਨੀ ਕਿ 1 ਨਵੰਬਰ 1918 ਨੂੰ ਇਹ ਟ੍ਰੀਟੀ ਸਾਈਨ ਕੀਤੀ ਸੀ। ਨੰਬਰ 36, ਦੀ ਓਜ਼ੋਨ ਲੇਅਰ ਰਿਸਟ੍ਰਿਕਟ। ਓਜ਼ੋਨ ਲੇਅਰ ਕੀ ਰੋਕਦੀ ਹੈ? ਇਹਦਾ ਆਨਸਰ ਹੈ D, ਅਲਟਰਾ ਵਾਇਲਟ ਰੇਡੀਏਸ਼ਨ ਨੂੰ ਰੋਕਦੀ ਹੈ। ਨੰਬਰ 37, ਫਿਲਾਰੀਆ ਇਜ਼ ਕਾਜ਼ਡ ਬਾਏ ਡੈਸ਼। ਜਿਹੜੀ ਇਹ ਬਿਮਾਰੀ ਹੈ ਫਿਲਾਰੀਆ ਕਿਸ ਤੋਂ ਹੁੰਦੀ ਹੈ? ਇਹ ਹੁੰਦੀ ਹੈ ਡੀ ਵਾਇਰਸ ਤੋਂ। ਨੰਬਰ 38, DRDL ਸਟੈਂਡ ਫॉर। ਇਸ ਦਾ ਕੀ ਬਣਦਾ ਹੈ? ਪੂਰੀ ਫੁੱਲ ਫਾਰਮ ਕੀ ਬਣਦੀ ਹੈ? ਇਹਦਾ ਆਨਸਰ ਹੈ A, ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਲੈਬੋਰੇਟਰੀ। ਅੱਗੇ ਹੈ ਨੰਬਰ 39, ਕੋਰਲ ਰੀਫ ਕੈਨ ਬੀ ਫਾਊਂਡ ਇਨ ਇੰਡੀਆ। ਕੋਰਲ ਰੀਫ ਹੈ ਜਿਹੜੀ ਸਮੁੰਦਰ ਦੇ ਥੱਲੇ ਵਨਸਪਤੀ ਹੁੰਦੀ ਹੈ ਉਹਨੂੰ ਕੋਰਲ ਰੀਫ ਕਹਿੰਦੇ ਹਨ। ਉਹ ਇੰਡੀਆ ਦੇ ਵਿੱਚ ਕਿੱਥੇ ਹੁੰਦੀ ਹੈ? ਹੁੰਦੀ ਹੈ ਨਿਕੋਬਾਰ ਆਈਲੈਂਡ, ਅੰਡੇਮਾਨ ਤੇ ਨਿਕੋਬਾਰ ਆਈਲੈਂਡ। ਠੀਕ ਹੈ ਜੀ। ਨੰਬਰ 40, ਡਿਊਰਿੰਗ ਵਰਲਡ ਵਾਰ 1 ਜਰਮਨੀ ਵਾਸ ਡਿਫੀਟਡ ਇਨ ਅ ਬੈਟਲ ਆਫ ਵਰਡਨ ਇਨ। ਸੋ ਵਰਲਡ ਵਾਰ 1 ਦੇ ਦੌਰਾਨ ਜਰਮਨੀ ਨੂੰ ਹਾਰ ਮਿਲੀ ਸੀ ਵਰਡਨ ਦੇ ਵਿੱਚ। ਕਿਹੜੇ ਸੰਨ ਦੇ ਵਿੱਚ? ਆਨਸਰ ਹੈ C, 1916 ਦੇ। ਨੰਬਰ 41, The first international peace congress was held in London। ਸੋ ਕਦੋਂ ਹੋਈ ਸੀ ਫਸਟ ਇੰਟਰਨੈਸ਼ਨਲ ਪੀਸ ਕਾਂਗਰਸ? ਇਹ ਹੋਈ ਸੀ C, 1843 ਦੇ ਵਿੱਚ। ਨੰਬਰ 42, ਹਾਕੀ ਵਾਸ ਇੰਟਰੋਡਿਊਸ ਇਨ ਦਾ ਏਸ਼ੀਅਨ ਗੇਮਸ ਇਨ। ਕਦੋਂ ਹਾਕੀ ਇੰਟਰੋਡਿਊਸ ਕੀਤੀ ਸੀ ਏਸ਼ੀਅਨ ਗੇਮਸ ਦੇ ਵਿੱਚ ਪਹਿਲੀ ਵਾਰੀ? ਇਹਦਾ ਆਨਸਰ ਹੈ A, 1958। ਅੱਗੇ ਨੰਬਰ 43, ਡਿਊਰਿੰਗ ਦਾ ਫਸਟ ਕਰੂਸੇਡ ਜੈਰੂਸਲਮ ਵਾਸ ਕੈਪਚਰਡ ਇਨ। ਸੋ ਜੈਰੂਸਲਮ ਨੂੰ ਜਿਹੜਾ ਕੈਪਚਰ ਕੀਤਾ ਹੋਇਆ ਸੀ ਕਿਹੜੇ ਸੰਨ ਦੇ ਵਿੱਚ ਹੋਇਆ? B, 1099 AD ਚ। ਨੰਬਰ 44, ਈਸਟ ਤਾਈਮੋਰ ਇਜ਼ ਅ ਕੰਟਰੀ ਇਨ ਕੰਟੀਨੈਂਟ ਆਫ। ਸੋ ਈਸਟ ਤਾਈਮੋਰ ਜਿਹੜੀ ਕੰਟਰੀ ਹੈ ਕਿੱਥੇ ਹੈ? ਇਹ ਹੈ ਏਸ਼ੀਆ ਦੇ ਵਿੱਚ ਆਉਂਦੀ ਹੈ, ਕੰਟੀਨੈਂਟ ਦੇ ਵਿੱਚ। ਨੰਬਰ 45, ਐਕਸੈਸਿਵ ਸਿਕ੍ਰੇਸ਼ਨ ਫਰੋਮ ਦਾ ਪਿਟੂਏਟਰੀ ਗਲੈਂਡ ਇਨ ਚਿਲਡਰਨ ਰਿਜ਼ਲਟ ਏਡਸ। ਸੋ ਇਹ ਜਿਹੜਾ ਗਲੈਂਡ ਹੁੰਦਾ ਹੈ ਪਿਟੂਏਟਰੀ, ਇਹ ਬੱਚਿਆਂ ਦੇ ਵਿੱਚ ਹੁੰਦਾ ਹੈ। ਇਹ ਕੀ ਕਰਦਾ ਹੈ? ਇਹਦਾ ਆਨਸਰ ਹੈ A, ਇਨਕਰੀਜ਼ਡ ਹਾਈਟ, ਕੱਦ ਵਧਾਉਂਦਾ ਹੈ। ਨੰਬਰ 46, ਪਾਰਲੀਮੈਂਟ ਆਫ ਇੰਡੀਆ ਕੈਨ ਮੇਕ ਯੂਜ਼ ਆਫ ਰੈਜ਼ੀਡੂਰੀ ਪਾਵਰ। ਸੋ ਇੰਡੀਆ ਦੀ ਜਿਹੜੀ ਪਾਰਲੀਮੈਂਟ ਹੈ ਉਹ ਜਿਹੜੀ ਰੈਜ਼ੀਡੂਰੀ ਪਾਵਰ ਹੈ ਕਦੋਂ ਯੂਜ਼ ਕਰ ਸਕਦੀ ਹੈ? A, ਐਟ ਆਲ ਟਾਈਮ, ਜਦੋਂ ਮਰਜ਼ੀ। ਨੰਬਰ 48, who of the following is empowered to finally determine as to whether or not a particular matter fall within the residuary power of parliament। ਸੋ ਇਹ ਕੌਣ ਡਿਸਾਈਡ ਕਰਦਾ ਹੈ ਕਿ ਜਿਹੜੀ ਰੈਜ਼ੀਡੂਰੀ ਪਾਵਰ ਹੈ, ਠੀਕ ਹੈ ਜੀ, ਉਹ ਜਿਹੜੀਆਂ ਹਨ ਕਿਸੇ ਖਾਸ ਮੁੱਦੇ ਦਾ ਹਿੱਸਾ ਕਦੋਂ ਬਣਦੀ? ਇਹ ਹੈ ਜੁਡੀਸ਼ਰੀ ਤੈਅ ਕਰਦੀ ਹੈ। ਨੰਬਰ 49, the ideals mentioned in the preamble to the constitution of India are inspired by the। ਸੋ ਕਦੋਂ constitution of India ਜਿਹੜਾ preamble ਹੈ ਉਹ inspired ਹੈ, ਆਈਡੀਅਲ ਯਾਨੀ ਕਿ ਕਿਸ ਤੋਂ ਪ੍ਰਭਾਵਿਤ ਹੈ? ਉਹ ਹੈ C, ਫ੍ਰੈਂਚ ਰੈਵੋਲੂਸ਼ਨ। ਅੱਗੇ ਹੈ ਨੰਬਰ 50, the power to prorogue the ਲੋਕ ਸਭਾ rests with। ਸੋ ਭੰਗ ਕਰਨ ਦਾ ਜਿਹੜਾ ਹੈ ਲੋਕ ਸਭਾ ਨੂੰ, ਉਹਦਾ ਜਿਹੜਾ ਹੈ ਪਾਵਰ ਕਿਸ ਕੋਲ ਹੈ? ਉਹ ਹੈ B, ਪ੍ਰੈਜ਼ੀਡੈਂਟ। ਅੱਗੇ ਹੈ ਇੰਗਲਿਸ਼
ਜਿਹੜੀ ਹੈ ਹੁਣ ਤੁਹਾਡੀ। ਸੋ ਇਹਦੇ ਵਿੱਚੋਂ 20 ਨੰਬਰਾਂ ਦਾ ਜਿਹੜਾ ਸਾਡਾ ਸਬਜੈਕਟਿਵ ਹੈ, 30 ਨੰਬਰਾਂ ਦਾ ਤੁਹਾਡਾ ਜਿਹੜਾ ਹੈ ਉਹ 20 ਨੰਬਰਾਂ ਦਾ ਆਬਜੈਕਟਿਵ ਹੈ, 30 ਨੰਬਰਾਂ ਦਾ ਸਬਜੈਕਟਿਵ ਕਰਦੇ ਹਾਂ। ਸੋ 51 ਤੋਂ 55 ਤੱਕ ਅਮੰਗ ਦਾ ਆਪਸ਼ਨ ਗਿਵਨ ਚੂਜ਼ ਦਾ ਵਨ ਵਿਚ ਬੈਸਟ ਐਕਸਪ੍ਰੈਸ ਦਾ ਮੀਨਿੰਗ ਆਫ ਦਾ ਗਿਵਨ ਵਰਡ। ਸੋ ਨੀਚੇ ਇੱਕ ਸ਼ਬਦ ਦਿੱਤਾ ਗਿਆ ਹੈ, ਉਹਨਾਂ ਚਾਰਾਂ ਦੇ ਵਿੱਚੋਂ ਜਿਹੜਾ ਉਹਦਾ ਮਤਲਬ ਦੱਸਦਾ ਹੈ ਉਹ ਕਰਨਾ ਹੈ। ਜਿਵੇਂ ਨੰਬਰ 51 ਸੈਂਜੂਇਨ, ਇਹਦਾ ਆਨਸਰ ਹੈ ਸੀ ਹੋਪਫੁਲ ਬਣਦਾ ਹੈ। ਅੱਗੇ ਹੈ 52 ਸਪਾਈਡ, ਇਹਦਾ ਆਨਸਰ ਹੈ ਸੀ ਮੈਲਿਸ। ਅੱਗੇ ਹੈ ਨੰਬਰ 53 ਡੂਸਾਈਲ, ਇਹਦਾ ਬਣਦਾ ਹੈ ਜੈਂਟਲ ਯਾਨੀ ਕਿ ਸੀ। ਨੰਬਰ 54 ਫਿਕਲ, ਇਹਦਾ ਬਣਦਾ ਹੈ ਬੀ ਚੇਂਜੇਬਲ। ਅੱਗੇ ਹੈ ਨੰਬਰ 55 ਵੈਂਡੇਟਾ, ਇਹਦਾ ਬਣਦਾ ਹੈ ਬੀ ਰਿਵੈਂਜ ਕਿ ਬਦਲਾ ਲੈਣਾ। ਅੱਗੇ ਨੰਬਰ 56 ਚੂਜ਼ ਦਾ ਬੈਸਟ ਵਰਡ ਫॉर ਦਾ ਬਲੈਂਕ। ਸੋ ਹੇਠਾਂ ਦਿੱਤਿਆਂ ਦੇ ਵਿੱਚੋਂ ਆਪਸ਼ਨ ਇੱਕ ਚੁਣ ਕੇ ਇਹ ਸੈਂਟੈਂਸ ਨੂੰ ਪੂਰਾ ਕਰਨਾ ਹੈ। ਪ੍ਰਿਆ ਇਜ਼ ਨਾਟ ਡੈਸ਼ ਫॉर ਦਿਸ ਕਾइंड ਆਫ ਜੌਬ, ਇਹਦਾ ਆਨਸਰ ਹੈ ਡੀ ਕੱਟ ਆਊਟ। ਪ੍ਰਿਆ ਇਜ਼ ਨਾਟ ਕੱਟ ਆਊਟ ਫॉर ਦਿਸ ਕਾइंड ਆਫ ਜੌਬ। ਅੱਗੇ ਹੈ ਨੰਬਰ 57 ਚੂਜ਼ ਦਾ ਬੈਸਟ ਵਰਡ ਫॉर ਦਾ ਬਲੈਂਕ। ਸ਼ੀ ਹੈਜ਼ ਨਾਟ ਰਿਕਵਰਡ ਫੁਲੀ ਡੈਸ਼ ਦਾ ਸ਼ੌਕ। ਸੋ ਇੱਥੇ ਲਿਖਾਂਗੇ ਸ਼ੀ ਹੈਜ਼ ਨਾਟ ਫੁਲੀ ਰਿਕਵਰਡ ਫਰੋਮ ਦਾ ਸ਼ੌਕ, ਇੱਥੇ ਫਰੋਮ ਆਏਗਾ ਸੀ। ਸੋ ਹੈ ਅੱਗੇ ਨੰਬਰ ਇੰਸਟਰਕਸ਼ਨ 58 ਤੋਂ 59 ਜਿਹੜਾ ਹੈ ਸਿਲੈਕਟ ਦਾ ਕੰਬੀਨੇਸ਼ਨ ਆਫ ਨੰਬਰ ਟੂ ਬੀ ਅਰੇਂਜ ਟੂ ਫਾਰਮ ਅ ਮੀਨਿੰਗਫੁਲ ਵਰਡ ਵੇਅਰ। ਸੋ ਨੀਚੇ ਨਾ ਹਰ ਇੱਕ ਅਲਫਾਬੈਟ ਨੂੰ ਇੱਕ ਨੰਬਰ ਦਿੱਤਾ ਗਿਆ ਹੈ। ਜਿਵੇਂ A ਨੂੰ 1 ਨੰਬਰ ਦਿੱਤਾ ਗਿਆ ਹੈ, ਇਸੇ ਤਰ੍ਹਾਂ E ਨੂੰ 2 ਦਿੱਤਾ ਗਿਆ ਹੈ, H ਨੂੰ 3, R ਨੂੰ 4, K ਨੂੰ 5 ਤੇ N ਨੂੰ 6। ਸੋ ਤੁਸੀਂ ਇਹਨਾਂ ਸਾਰਿਆਂ ਨੂੰ ਮਿਲਾ ਕੇ ਇੱਕ ਸ਼ਬਦ ਬਣਾਉਣਾ ਹੈ ਜਿਹਦਾ ਮਤਲਬ ਨਿਕਲਦਾ ਹੋਵੇ, ਪਲੱਸ ਉਹਨਾਂ ਨੂੰ ਲਿਖਣਾ ਹੈ ਨਿਊਮੈਰੀਕਲ ਦੇ। ਠੀਕ ਹੈ ਜੀ। ਜਿਵੇਂ ਹੁਣ C ਦਾ ਹੈ, C ਦਾ ਇਹਨਾਂ ਨੇ ਆਨਸਰ ਦਿੱਤਾ ਹੋਇਆ ਹੈ 316524। ਸੋ ਇਹਨੂੰ ਜੇ ਤੁਸੀਂ ਵਰਡ ਬਣਾਓਗੇ ਜਿਵੇਂ ਕਿ 3 ਹੈ, 3 ਦਾ ਬਣਦਾ ਹੈ H, 1 ਦਾ ਬਣਦਾ ਹੈ A, 6 ਦਾ ਬਣਦਾ ਹੈ N, 5 ਦਾ ਬਣਦਾ ਹੈ K, ਠੀਕ ਹੈ ਜੀ, ਤੇ 2 ਦਾ ਬਣਦਾ ਹੈ E ਤੇ 4 ਦਾ ਬਣਦਾ ਹੈ R। ਸੋ ਇਹਨੂੰ ਬਣਾਓਗੇ ਤੇ ਲਿਖੋਗੇ ਬਣਦਾ ਹੈ ਹੈਂਕਰ। ਠੀਕ ਹੈ ਜੀ। ਅੱਗੇ ਹੈ 59ਵਾਂ 59। ਇਸੇ ਤਰ੍ਹਾਂ ਹੀ ਹੈ ਵੇਅਰ ਉੱਪਰ ਦਿੱਤਾ ਗਿਆ ਹੈ, ਇਹਦਾ ਆਨਸਰ ਹੈ ਸੀ। ਤੋਂ ਦੱਸਦੇ ਇਹਦਾ ਬਣਦਾ ਕੀ ਹੈ। 2 ਦਾ ਬਣਦਾ ਹੈ P ਤੇ 6 ਦਾ I, 3 ਦਾ S, 1 ਦਾ T, 5 ਦਾ O, 4 ਦਾ L ਯਾਨੀ ਕਿ ਪਿਸਟਲ। ਠੀਕ ਹੈ ਜੀ। ਯਾਦ ਰੱਖਣਾ ਇਸ ਤਰ੍ਹਾਂ ਇਹਨਾਂ ਨੂੰ ਤੁਸੀਂ ਬਣਾਉਣਾ ਹੈ। ਸੋ ਅੱਗੇ ਹੈ 60 ਤੋਂ 64 ਲਈ ਚੂਜ਼ ਦਾ one option which best describe the meaning of the given idiom and proverb। ਸੋ ਨੀਚੇ ਇੱਕ ਮੁਹਾਵਰਾ ਦਿੱਤਾ ਗਿਆ ਹੈ। ਠੀਕ ਹੈ ਜੀ। ਸੋ ਉਹਦੇ ਨੀਚੇ ਤੇ ਆਪਸ਼ਨਾਂ ਦਿੱਤੀਆਂ ਗਈਆਂ ਹਨ। ਦੱਸਣਾ ਹੈ ਉਹ ਮੁਹਾਵਰੇ ਨੂੰ ਜਿਹੜਾ ਮਤਲਬ ਕੀ ਨਿਕਲਦਾ ਹੈ ਉਹ ਟਿਕ ਕਰਨਾ ਹੈ। ਠੀਕ ਹੈ ਜੀ। ਨੰਬਰ 60 ਟੂ ਸੇਵ ਵਨਸ ਫੇਸ, ਇਹਦਾ ਬਣਦਾ ਹੈ ਸੀ। ਟੂ ਇਵੇਡ ਡਿਸਗ੍ਰੇਸ। ਅੱਗੇ ਨੰਬਰ ਟਾਲ ਆਰਡਰ, ਟਾਲ ਆਰਡਰ ਦਾ ਮਤਲਬ ਹੈ ਟੂ ਮਚ। ਅੱਗੇ ਨੰਬਰ ਐਡਮਸ ਐਲ ਯਾਨੀ ਕਿ ਕੀ ਹੈ ਵਾਟਰ ਬਣਦਾ ਹੈ ਇਹਦਾ। ਕਰੰਟਲੀ ਦਾ ਹਾਰਡ ਪ੍ਰੈਸ ਯਾਨੀ ਕਿ ਡੀ ਇਨ ਡਿਫਿਕਲਟੀ। ਫਿਰ ਨੰਬਰ 64 ਪਿਨ ਮਨੀ, ਇਹਦਾ ਯਾਨੀ ਕਿ ਹੈ ਡੀ ਅਲੌਂਗ। ਸੋ ਇਸੇ ਤਰ੍ਹਾਂ ਹੀ ਅੱਗੇ ਹੈ ਨੰਬਰ 65 ਤੋਂ 68 ਚੂਜ਼ ਦਾ ਮਿਸ ਸਪੈਲਡ ਵਰਡ। ਜਿਹੜੇ ਵਰਡ ਦਾ ਸਪੈਲਿੰਗ ਗਲਤ ਹੈ ਉਹ ਚੁਣਨੇ ਹਨ। ਸੋ 65 ਦਾ 55 ਦੇ ਗਲਤ ਹਨ। ਇਸੇ ਤਰ੍ਹਾਂ ਹੀ 66 ਦੇ ਸਟੈਂਸਿਲ ਦੇ ਗਲਤ ਹਨ। ਫਿਰ ਹੈ 67 ਸੈਂਟਰਰੀ, ਇਹ ਵੀ ਗਲਤ ਹਨ। ਇਸ ਤੋਂ ਬਾਅਦ ਹੈ 68 ਦਾ ਹੈ ਬੀ ਹਾਰਮੋਨੀਅਸ। ਸੋ ਇਹਦੇ ਵਿੱਚ ਬੀ ਗਲਤ ਹੈ। ਠੀਕ ਹੈ ਜੀ। ਇੱਕ ਅੱਗੇ ਨਿਸ਼ਾਨ ਲੱਗੇ ਹੋਏ ਹਨ, ਸਾਰੇ ਦੇਖ ਲੈਣਾ। ਸੋ ਅੱਗੇ ਹੈ 69 ਤੋਂ 70 ਯੂਜ਼ ਦਾ ਵਰਡ ਵਿਚ ਬੈਸਟ ਕੰਪਲੀਟ ਦਾ ਸੈਂਟੈਂਸ। ਸੋ ਇਹ ਸੈਂਟੈਂਸ ਨੂੰ ਕੰਪਲੀਟ ਕਰਨ ਲਈ ਬੈਸਟ ਵਰਡ ਚੁਣਨਾ ਹੈ। ਸੋ ਸ਼ੁਰੂ ਕਰਦੇ ਹਾਂ। It was impossible for the overworked mother to dash with so many yelling children। ਇਹਦਾ ਆਏਗਾ a cop with children। ਨੰਬਰ 70 one flight was dash from Jaipur to Agra। ਸੋ one flight was ਇੱਥੇ ਆਏਗਾ d transferred to Jaipur to। ਸੋ ਅੱਗੇ ਹੈ ਤੁਹਾਡਾ ਜਿਹੜਾ ਸਬਜੈਕਟਿਵ ਯਾਨੀ ਕਿ ਤੁਹਾਨੂੰ ਖੁਦ ਲਿਖ ਕੇ ਕਰਨਾ ਪਵੇਗਾ। 30 ਨੰਬਰ ਇਹਨਾਂ ਦੇ ਨੇ। ਸੋ ਬਹੁਤ ਹੀ ਇੰਪੋਰਟੈਂਟ ਨੇ, ਤੁਹਾਨੂੰ ਦੱਸ ਦਿੰਦੇ ਕਿਸ ਤਰ੍ਹਾਂ। All the subject of this part are to be attempted on a descriptive answer sheet। ਠੀਕ ਹੈ ਜੀ। ਸੋ 150 ਸ਼ਬਦਾਂ ਦੇ ਵਿੱਚ ਤੁਹਾਡੇ ਕੋਲ 4 ਆਪਸ਼ਨਾਂ ਦਿੱਤੀਆਂ ਗਈਆਂ ਹੋਣਗੀਆਂ, ਉਹਦੇ ਉੱਤੇ ਤੁਸੀਂ ਐਸੇ ਲਿਖਣਾ ਹੈ। ਜਿਹੜੇ ਇਹਦੇ ਵਿੱਚ ਆਏ ਸੀ 2019 ਦੇ ਵਿੱਚ ਉਹ ਆਏ ਸੀ A world free from war, B your vision in life, C my first day at work, D child। ਠੀਕ ਹੈ ਜੀ। ਸੋ 10 ਨੰਬਰਾਂ ਦਾ ਹੈ ਸਿੱਧਾ ਹੀ। ਸੋ ਇੰਪੋਰਟੈਂਟ ਹੈ, ਧਿਆਨ ਕਰਨਾ। ਅੱਗੇ ਹੈ ਨੰਬਰ 2 ਰਾਈਟ a letter on one of the following topics। ਨੀਚੇ 2 ਟੌਪਿਕ ਦਿੱਤੇ ਗਏ ਹਨ। ਜਿਹੜੇ ਆਏ ਸੀਗੇ ਇਹ ਆਏ ਸੀਗੇ a letter to your employer for 1 year study leave without pay, a letter to a manager of the bank pointing out ATM fraud in your account। ਇਹ 5 ਨੰਬਰਾਂ ਦਾ ਹੈ, ਧਿਆਨ ਨਾਲ ਕਰਨਾ। ਤੇ ਇਹਦੇ ਨੀਚੇ ਦਿੱਤਾ ਗਿਆ ਹੈ write a precise of the following paragraph in not more than 1/3 number of the word of the total passage। ਸੋ precise ਲਿਖਣਾ ਹੈ, ਪੂਰਾ ਪੈਰਾ ਪੜ੍ਹਨਾ ਹੈ। ਸੋ ਇਹਦਾ 1/3 ਹਿੱਸੇ ਦੇ ਵਿੱਚ ਤੁਸੀਂ ਇਹਦੇ ਵਿੱਚ ਦੱਸਣਾ ਹੈ ਪੈਰਾ ਕਿਸ ਬਾਰੇ। ਠੀਕ ਹੈ ਜੀ। ਸੋ ਉਹਦੇ ਨੀਚੇ ਹੈ ਟ੍ਰਾਂਸਲੇਸ਼ਨ ਹੈ, ਟ੍ਰਾਂਸਲੇਸ਼ਨ ਤੁਸੀਂ ਕਰਨੀ ਹੈ। 10 ਨੰਬਰਾਂ ਦੀ ਟ੍ਰਾਂਸਲੇਸ਼ਨ ਹੈ, ਬਹੁਤ ਇੰਪੋਰਟੈਂਟ ਹੈ। ਦੇਖੋ ਜੀ 10 ਨੰਬਰ ਨੇ ਸਿੱਧੇ ਟ੍ਰਾਂਸਲੇਸ਼ਨ ਦੇ ਤੇ 10 ਨੰਬਰ ਨੇ ਜਿਹੜੇ ਤੁਹਾਡੇ ਐਸੇ ਦੇ। ਸੋ 20 ਨੰਬਰਾਂ ਦੇ ਤਾਂ ਸਿੱਧੇ ਹੀ ਹੋ ਜਾਂਦੇ। ਸੋ ਤੁਸੀਂ ਬਹੁਤ ਧਿਆਨ ਨਾਲ ਕਰਨਾ, ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਅਸੀਂ ਬਾਰ-ਬਾਰ ਕਹਿ ਰਹੇ ਹਾਂ। ਸੋ ਇਹ ਤਾਂ ਸੀਗਾ ਜਿਹੜਾ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਸੈਂਪਲ ਪੇਪਰ। ਦੋਸਤੋ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹਨਾਂ ਦਾ ਕੋਈ ਫਾਇਦਾ ਹੋਇਆ ਕਿ ਨਹੀਂ ਹੋਇਆ।
ਤਾਂ ਜੋ ਇਸ ਤਰ੍ਹਾਂ ਦੀਆਂ ਸਾਡੀ ਵੀਡੀਓ ਬਣਾਉਣ ਦੇ ਵਿੱਚ ਸਾਨੂੰ ਜਿਹੜੀ ਹੈ ਪ੍ਰੇਰਨਾ ਮਿਲਦੀ ਰਹੇ, ਮੋਟੀਵੇਸ਼ਨ ਮਿਲਦੀ ਰਹੇ ਕਿ ਲੋਕੀ ਦੇਖਦੇ ਹਨ ਤੇ ਕਰਦੇ। ਠੀਕ ਹੈ ਜੀ, ਸੋ ਕਮੈਂਟ ਕਰਕੇ ਜਰੂਰ ਦੱਸਣਾ। ਸੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ। ਠੀਕ ਹੈ ਜੀ, ਨਵੇਂ ਪੇਪਰ ਬਾਰੇ। ਤਦ ਤੱਕ ਲਈ ਧੰਨਵਾਦ।